ਸਾਈ ਕਾਰ ਕਮਾਵਣੀ ਤੁਰ ਚੋਂਡੀ ਤਿਨੈ ਪਾਏ, ਨਾਨਕ ਏਕੀ ਬਾਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸਹਿ ਰਜਾਏ, ਸੋ ਕਰੇ ਜਿਤ ਸਹਿ ਰਜਾਏ। ਸੁਧ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤ ਸੰਗਤ ਦੇ ਲਾਹੇ ਬਖਸ਼ੇ। ਗਰੀਬ ਨਵਾਜ਼ ਸਰਬੱਤ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸ਼ਬਦ ਸਰਵਣ ਕਰੀਏ। ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਨਰਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪੰਜਵਾਂ। ਘਰ ਤੀਜਾ ਦੁਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰਾ ਕੀਨੇ ਦਾਨਾ। ਸਭ ਕੁਸਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕ ਉਬਾਰੇ। ਗੁਰ ਕਾ ਸ਼ਬਦ ਵਿਚਾਰੇ ਰਹਾਉ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਨਾਨਕ ਨਾਮ ਧਿਆਇਆ, ਆਦ ਪੁਰਖ ਪ੍ਰਭ ਪਾਇਆ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਨਾਨਕ ਨਾਮ ਧਿਆਇਆ, ਆਦ ਪੁਰਖ ਪ੍ਰਭ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਹਨ। ਉਪਰੰਤ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 625 ਤੇ ਸੁਸ਼ੋਭਿਤ ਹੈ। ਸੋਰਠ ਮਹੱਲਾ ਪੰਜਵਾਂ। ਘਰ ਤੀਜਾ ਦੋਪਦੇ। ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸੋਰਠ ਰਾਗਣੀ ਦੇ ਵਿੱਚ ਹੈ। ਤੀਸਰੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਦਾ ਸਤਿਗੁਰੂ ਜੀ ਦਾ ਹੁਕਮ ਹੈ। ਸੋ ਇਸ ਸ਼ਬਦ ਦੀ ਜਿਹੜੀ ਸੰਪੂਰਨਤਾ ਹੈ ਦੋ ਪਦਿਆਂ ਦੇ ਵਿੱਚ ਹੈ। ਜੋ ਸਿਧਾਂਤ ਹੈ, ਜੋ ਮਹਾਰਾਜ ਗੱਲ ਕਰਨੀ ਚਾਹੁੰਦੇ ਆ, ਸਾਨੂੰ ਸਮਝਾਉਣੀ ਚਾਹੁੰਦੇ ਆ, ਦੋ ਪਦਿਆਂ ਵਿੱਚ ਸਮਾਪਤ ਕੀਤੀ ਹੋਈ ਹੈ।
ਕਿਤੇ 3 ਪਦੇ, ਕਿਤੇ 4 ਪਦੇ, ਫਿਰ ਕਈਆਂ 'ਚ 8 ਪਦਿਆਂ ਵਿੱਚ ਮਾਰਨ ਨੇ ਗੱਲ ਨੂੰ ਸਮਝਾਇਆ ਹੋਇਆ ਹੁੰਦਾ ਹੈ। ਹੁਣ ਇਹ 2 ਪਦੇ ਆ ਜੀ। ਪਹਿਲੋਂ ਅਕਾਲ ਪੁਰਖ ਦਾ ਮੰਗਲ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਨੂੰ ਆਪਾਂ ਬੀਜ ਮੰਤਰ ਵੀ ਕਹਿੰਦੇ ਹਾਂ। ਇਹ ਬੀਜ ਮੰਤਰ ਹੈ। ਇੱਕ ਇਹਦਾ ਅਰਥ ਹੁੰਦਾ ਰੱਬ ਇੱਕ ਹੈ, ਉਹਦੇ ਵਰਗਾ, ਉਹਦੀ ਸਮਰੱਥਾ ਵਰਗਾ ਹੋਰ ਕੋਈ ਦੂਜਾ ਨਹੀਂ ਹੈ ਜੀ। ਜਿੱਦਾਂ ਇੱਕ ਰਾਜੇ ਦਾ ਮੁਕਾਬਲਾ ਦੂਜਾ ਰਾਜਾ ਕਰਦਾ, ਤੀਜਾ ਕਰਦਾ, ਉਹ ਇੱਦਾਂ ਨਹੀਂ। ਉੱਥੇ ਤਾਂ 2 ਮਨਾ ਸੇਮ ਏਕ ਸੋ ਆਹੀ। ਸੋ ਇਹ ਨਹੀਂ ਵੀ ਇੱਕ ਰੱਬ ਹੁਣ ਬੈਠਾ, ਇਸ ਤੋਂ ਬਾਅਦ ਫਿਰ ਦੂਜਾ, ਫਿਰ ਤੀਜਾ ਰੱਬ, ਨਹੀਂ, ਇੱਕੋ ਹੀ ਹੈ। ਇੱਕੇ ਦੀ ਹੀ ਸਾਰੀ ਖੇਡ ਹੈ। ਤੇ ਉਹ ਹੈ ਓੰਕਾਰ। ਊੜੇ ਦਾ ਮੂੰਹ ਖੋਲ੍ਹਿਆ ਆ ਤੇ ਉੱਪਰ ਲਕੀਰ ਹੈ, ਇਹ ਪੂਰਾ ਬਣਦਾ ਓੰਕਾਰ। ਓੰਗ ਦਾ ਅਰਥ ਹੁੰਦਾ ਉਹ ਪ੍ਰਕਾਸ਼ ਦਿੰਦਾ, ਪ੍ਰਕਾਸ਼ ਹੈ। ਉਹਦੇ ਪ੍ਰਕਾਸ਼ ਤੋਂ ਸਾਰੇ ਪਾਸੇ ਪ੍ਰਕਾਸ਼ ਜਾਂਦਾ ਜੀ। ਸੂਰਜ ਨੂੰ ਪ੍ਰਕਾਸ਼ ਵੀ ਉਹ ਹੀ ਦਿੰਦਾ, ਚੰਦ ਨੂੰ ਪ੍ਰਕਾਸ਼ ਉਹ ਦਿੰਦਾ। 6 ਜੋਤੀਆਂ ਮੰਨੀਆਂ ਜਾਂਦੀਆਂ, ਸੂਰਜ ਹੈ, ਚੰਦ ਹੈ, ਤਾਰੇ ਨੇ, ਆਸਮਾਨ ਦੇ ਵਿੱਚ ਚਮਕਦੀ ਹੋਈ ਬਿਜਲੀ ਹੈ, ਆ ਜਿਹੜਾ ਟਟਾਣਾ ਜੁਗਨੂੰ ਹੈ, ਅਤੇ ਜਿਹੜੀ ਅੱਗ ਮਨੁੱਖ ਨੇ ਪੱਥਰ 'ਚ ਪੱਥਰ ਮਾਰੇ, ਅੱਗ ਪੈਦਾ ਕੀਤੀ। ਪਰ ਅੱਗ, ਉਹਨੂੰ ਅੱਗ ਨੂੰ ਪੈਦਾ ਤਾਂ ਉਹਨੇ ਹੀ ਕੀਤਾ ਨਾ, ਮਨੁੱਖ ਨੂੰ ਤਾਂ ਫਿਰ ਜੁਗਤੀ, ਉਹਦੀ ਅਕਲ ਵਿੱਚ ਜੁਗਤੀ ਦਿੱਤੀ, ਫਿਰ ਉਹਨੇ ਅੱਗ ਇੰਝ ਪੈਦਾ ਕਰ ਲਈ, ਬਣਾਈ ਤਾਂ ਉਹਦੀ ਹੈ ਨਾ। ਸੋ ਇਹ 6 ਜੋਤੀਆਂ ਨੂੰ ਉਹ ਪ੍ਰਕਾਸ਼ ਦਿੰਦਾ ਹੈ। ਓਮ ਦਾ ਅਰਥ ਜਿਹੜਾ ਓਮ, ਹਿੰਦੂਆਂ ਦਾ ਮੰਤਰ ਓਮ ਹੈ, ਉਹਦਾ ਅਰਥ ਹੁੰਦਾ ਵੀ 3 ਦੇਵਤੇ, 3 ਗੁਣ। ਆਪਾਂ 3 ਗੁਣ ਕਹਿੰਦੇ ਹਾਂ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਊੜੇ ਦਾ ਮੂੰਹ ਖੋਲ੍ਹਿਆ ਤੇ 3 ਗੁਣ ਵੀ ਹੁੰਦੇ ਨੇ, ਰਜੋ, ਤਮੋ, ਸਤੋ। ਇਹਦੇ ਉੱਪਰ ਲਕੀਰ ਹੈ। ਲਕੀਰ ਦਾ ਅਰਥ ਹੈ ਵੀ ਇਹ 3 ਗੁਣ ਜਿਹੜੇ ਨੇ ਆਪ ਕੁਝ ਨਹੀਂ ਕਰ ਸਕਦੇ, ਉਹਦੇ ਹੁਕਮ ਦੇ ਵਿੱਚ ਹੈ। ਉਹਦੇ ਹੁਕਮ ਦੇ ਵਿੱਚ ਹੈ। ਮਹਾਰਾਜ ਕਹਿੰਦੇ ਆ, ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਵੇਂ ਰੱਬ ਨੇ ਕਹਿਣਾ ਉਸੇ ਤਰ੍ਹਾਂ 3 ਗੁਣ ਕੰਮ ਕਰਦੇ ਨੇ, ਉਹ ਤੋਂ ਬਿਨਾਂ ਨਹੀਂ ਕਰ ਸਕਦੇ। ਫਿਰ ਇੱਕ ਰਸ ਹੈ, ਉਹ ਇੱਕ ਰਸ ਹੈ, ਨਾ ਘਾਟ ਹੈ, ਨਾ ਵਾੜ ਹੈ, ਨਾ ਘਾਟ ਵਾੜ ਹੋਤ ਹੈ। ਸੋ ਇੱਕ ਰਸ ਵਿੱਚ ਵਿਚਰਦਾ ਹੈ। ਉਹ ਸੱਤ ਹੈ, ਉਹ ਸੱਤ ਹੈ। ਸੱਤ ਕੌਣ ਹੁੰਦਾ? ਜਿਹੜਾ ਨਾ ਕਦੀ ਜੰਮੇ, ਨਾ ਕਦੀ ਮਰੇ, ਨਾ ਬੁੱਢਾ ਹੋਵੇ ਨਾ ਮਰੇ। ਕਹਿੰਦੇ ਉਹ ਸੱਤ ਤਾਂ ਉਹੀ ਹੁੰਦਾ ਨਾ ਜਿਹਦੀ ਮੌਤ ਹੀ ਕਦੀ ਨਹੀਂ, ਉਹ ਸੱਤ ਹੈ। ਹੁਣ ਮੌਤ ਉਹਦੀ ਨਹੀਂ ਹੁੰਦੀ ਜਿਹੜਾ ਜਨਮਦਾ ਨਹੀਂ ਹੈ। ਜਿਹੜਾ ਜੰਮਦਾ ਉਹ ਤਾਂ ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ। ਜਿਹਨੇ ਜਨਮ ਲਿਆ ਉਹਨੂੰ ਤਾਂ ਮਰਨਾ ਹੀ ਮਰਨਾ, ਉਹ ਜਨਮ ਨਹੀਂ ਲੈਂਦਾ ਜੀ। ਸੋ ਉਹ ਤਾਂ ਬਣਾਉਣੇ ਵਾਲਿਆਂ 'ਚ ਆ, ਜਨਮ ਦੇਣੇ ਵਾਲਿਆਂ 'ਚ ਹੈ। ਸੋ ਉਹਦੇ ਵਿੱਚੋਂ ਹੀ ਸਾਰਾ ਕੁਝ ਬਣਦਾ ਪਿਆ ਆ, ਉਹਦੇ ਵਿੱਚ ਸਮਾ ਹੋ ਰਿਹਾ ਸਾਰਾ। ਇੱਕ ਵਾਕ ਦੇ ਨਾਲ ਸਭ ਕੁਝ ਪੈਦਾ ਕਰ ਦਿੱਤਾ, ਇੱਕ ਵਾਕ ਨੇ ਸਭ ਕੁਝ ਖਤਮ ਕਰ ਦੇਣਾ। ਅਤੇ ਰੋਜ਼ ਧਰਤੀ ਦੇ ਉੱਤੇ ਜੀਆ ਜੰਤ ਰੋਜ਼ ਬਣਦੇ ਆ ਅਤੇ ਰੋਜ਼ ਮਰਦੇ ਨੇ। ਇਹ ਤਾਂ ਰੋਜ਼ ਦੀ ਖੇਡ ਆ, ਰੱਬ ਦੀ ਤਾਂ ਖੇਡ ਹੈ। ਸੋ ਸੈਕੜਾਂ ਦੇ ਹਿਸਾਬ ਦੇ ਨਾਲ ਜਨਮ ਹੋ ਰਹੇ ਨੇ ਅਤੇ ਸੈਕੜਾਂ ਦੇ ਹਿਸਾਬ ਦੇ ਨਾਲ ਮੌਤ ਹੋ ਰਹੀ ਹੈ। ਇਹ ਸਮੁੱਚੀ 84 ਲੱਖ ਜੂਨ ਨੂੰ ਤੁਸੀਂ ਦੇਖੋ ਤਾਂ। ਸੋ ਇਹ ਖੇਡ ਰੋਜ਼ ਖੇਡਦਾ ਪਿਆ, ਰੋਜ਼ ਖੇਡਦਾ ਪਿਆ। ਅਤੇ ਉਹ ਆਪ ਉਹ ਸੱਤ ਹੈ, ਸੱਤ ਹੈ। ਅਤੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਸੱਤ ਨੂੰ ਸਮਝਿਆ ਜਾ ਸਕਦਾ ਹੈ। ਹੁਣ ਜਿਸ ਨੇ ਸਤਿਪੁਰਖ ਨੂੰ ਜਾਣਨਾ ਉਹਨੂੰ ਸਤਿਗੁਰ ਕਿਹਾ ਜਾਂਦਾ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਰੱਬ ਸਤਿਪੁਰਖ ਹੈ, ਸਤਿਪੁਰਖ। ਉਹਦੀ ਪਰਿਭਾਸ਼ਾ ਨੂੰ ਜਿਹੜਾ ਸਮਝ ਗਿਆ ਸਤਿਪੁਰਖ ਕਿਵੇਂ ਹੈ, ਉਹਨੂੰ ਸਤਿਗੁਰ ਤਿਸ ਕਾ ਨਾਮ ਕਹਿੰਦੇ। ਉਹ ਸਤਿਗੁਰ ਪ੍ਰਸਾਦ, ਉਹਦੀ ਕਿਰਪਾ। ਉਹਦੀ ਕਿਰਪਾ ਤੋਂ ਬਿਨਾਂ ਇਹ ਗੱਲਾਂ ਸਮਝ ਵਿੱਚ ਨਹੀਂ ਆਉਣੀਆਂ। ਉਹਦੀ ਕਿਰਪਾ ਤੋਂ ਬਿਨਾਂ ਇਹ ਬਾਣੀ ਕਿੱਥੇ ਸਮਝ ਆ ਸਕਦੀ? ਉਹਦੀ ਕਿਰਪਾ ਤੋਂ ਬਿਨਾਂ ਇਹ ਧੁਰ ਕੀ ਬਾਣੀ ਹੈ? ਜਿੰਨਾ ਚਿਰ ਕੋਈ ਕਿਰਪਾ ਨਹੀਂ ਕਰੂਗਾ ਨਾ ਤਾਂ ਪੜ੍ਹੀ ਜਾਣੀ ਹੈ ਨਾ ਸਮਝ ਆਉਣੀ ਹੈ। ਜਦੋਂ ਕਿਰਪਾ ਕਰਦਾ ਫੇਰ ਪੜ੍ਹੀ ਜਾਂਦੀ, ਫੇਰ ਸਮਝ ਆਉਂਦੀ ਹੈ। ਰਾਮਦਾਸ ਸਰੋਵਰ ਨਾਤੇ
ਸਭ ਉਤਰੇ ਪਾਪ ਕਮਾਤੇ। ਇਹ ਸ਼ਬਦ ਜਦੋਂ ਹਰਿਮੰਦਰ ਸਾਹਿਬ ਸਰੋਵਰ ਦੀ ਪ੍ਰਾਰੰਭਤਾ ਕੀਤੀ ਹੈ, ਪਹਿਲਾਂ ਸਰੋਵਰ ਬਣਿਆ, ਬਾਅਦ 'ਚ ਹਰਿਮੰਦਰ ਦੀ ਨੀਂਹ ਰੱਖੀ ਗੁਰੂ ਅਰਜਨ ਦੇਵ ਜੀ ਨੇ। ਸਰੋਵਰ ਦੀ ਨੀਂਹ, ਸਰੋਵਰ ਸ਼ੁਰੂ ਕਰਤਾ ਸੀ ਗੁਰੂ ਰਾਮਦਾਸ ਜੀ ਨੇ। ਉਸ ਪ੍ਰਥਾ ਇਹ ਵੀ ਆ ਵੀ ਸਰੋਵਰ ਐਸਾ ਹੁਣ ਬਣਾ ਦਿੱਤਾ, ਮਹਾਰਾਜ ਨੇ ਕਹਿੰਦੇ ਡਿੱਠੇ ਸਭੇ ਥਵ ਨਹੀਂ ਤੁਧ ਦੇਹ ਜੇ ਆ। ਸੋ ਇਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ 68 ਤੀਰਥ ਤਾਂ ਉੱਥੇ ਹਾਜ਼ਰੀ ਲਵਾ ਰਹੇ ਨੇ। 68 ਤੀਰਥ ਹਾਜ਼ਰੀ ਲਵਾਉਂਦੇ ਉੱਥੇ। ਇਸ਼ਨਾਨ ਕਰਨ ਦੇ ਨਾਲ ਸਾਰੇ ਪਾਪ ਲੈ ਜਾਂਦੇ ਨੇ। ਹੁਣ ਲੋਕਾਂ ਨੇ ਪਾਪ ਕੀਤੇ ਵੀ ਬਹੁਤ ਨੇ, ਬਹੁਤ ਪਾਪ ਕੀਤੇ ਹੋਏ ਨੇ। ਪੁੰਨ ਕਰਨੇ ਵਾਲੇ ਤਾਂ ਬੜੇ ਘੱਟ ਨੇ। ਅੱਛਾ, ਜਿਹੜੇ ਪੁੰਨ ਕਰਨੇ ਵਾਲੇ ਨਾਲ ਪਾਪ ਉਹ ਫੇਰ ਕਰ ਜਾਂਦੇ ਨੇ, ਉਹ ਬਰਾਬਰ ਦਾ ਕੰਮ ਚੱਲੀ ਜਾਂਦਾ। ਪੁੰਨੀ ਪਾਪੀ ਆਖਣ ਨਾ ਹੈ। ਸੋ ਇਹਨਾਂ ਦਾ ਕਿਹਾ ਹੀ ਨਹੀਂ ਜਾ ਸਕਦਾ ਕੋਈ ਵੀ ਕਿੰਨੇ ਕਿੰਨੇ ਕੋਈ ਪਾਪ ਕਰੀ ਜਾਂਦਾ, ਕਿੰਨੇ ਕਿੰਨੇ ਕੋਈ ਪੁੰਨ ਕਰੀ ਜਾਂਦਾ। ਫਿਰ ਕਹਿਣ ਕਹਾਉਣ ਦੀਆਂ ਗੱਲਾਂ 'ਚ ਪਏ ਹੋਏ ਨੇ। ਅਮਲ ਕੋਈ ਕੋਈ ਕਰਦਾ, ਉੱਦਾਂ ਕਹੀ ਜਾਂਦੇ ਕਿ ਮਾੜਾ ਕੰਮ ਹੈ ਨਾ ਕਰੋ, ਆਪ ਕਰੀ ਜਾਂਦਾ। ਅੱਛਾ, ਪੁੰਨ ਦਾ ਕਰਮ ਹੈ, ਕਰਨਾ ਚਾਹੀਦਾ, ਆਪ ਕਰਦਾ ਨਹੀਂ। ਇਹ ਪੁੰਨੀ ਪਾਪੀ ਆਖਣ ਨਾ, ਆਖਣ ਨਾਲ ਥੋੜ੍ਹੀ ਹੋ ਜਾਣੇ। ਆਖਣ ਕਰਨਾ ਪੈਂਦਾ। ਜਿਹੜਾ ਪਾਪ ਦਾ ਕਰਮ ਹੈ ਉਹ 'ਚੋਂ ਗੁਰੇਜ਼ ਕਰ ਜਾਓ, ਨਾ ਕਰੋ। ਜਿਹੜਾ ਪੁੰਨ ਵਾਲਾ ਉਹਨੂੰ ਕਰੋ, ਉਹ ਕਰੋ। ਹੁਣ ਬਾਣੀ ਪੜ੍ਹਨੀ ਸਭ ਤੋਂ ਵੱਡਾ ਪੁੰਨ ਹੈ। ਸੰਗਤ ਦੀ ਸੇਵਾ ਕਰਨੀ ਸਭ ਤੋਂ ਵੱਡਾ ਪੁੰਨ ਹੈ। ਸੱਚੇ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਦਾਨ ਕਰਨਾ ਬੜਾ ਵੱਡਾ ਪੁੰਨ ਹੈ। ਉਹ ਵੀ ਬਾਣੀ ਦਾਨ ਕਰਨੀ, ਵੀ ਦੂਜੇ ਨੂੰ ਕਹਿਣਾ ਵੀ ਬਾਣੀ ਪੜ੍ਹਿਆ ਕਰ। ਆਪਣੇ ਬੱਚਿਆਂ ਨੂੰ ਤਾਂ ਬਾਣੀ ਦਾ ਦਾਨ ਕਰੀਏ, ਬੱਚਿਆਂ ਨੂੰ ਬਾਣੀ ਦਾ ਦਾਨ ਕਰੀਏ। ਬੱਚਿਆਂ ਨੂੰ ਬਾਰ-ਬਾਰ ਕਹੀਏ, ਬਾਰ-ਬਾਰ ਕਹੀਏ। ਘੱਟੋ ਘੱਟ ਆਪਣੇ ਬੱਚੇ ਹੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਲਈਏ, ਉਹਨਾਂ ਨੂੰ ਬਾਣੀ ਦੀ ਸੋਝੀ ਦਈਏ। ਬਾਣੀ ਦੀ ਜਦੋਂ ਬਾਣੀ ਦੀ ਸੋਝੀ ਮਿਲੂ ਫਿਰ ਤਾਂ ਆਪਣੇ ਆਪ ਨੂੰ ਕਹਿਣਾ ਵੀ ਇਦੋਂ ਵੱਧ ਕੇ ਤਾਂ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਸਮਝ ਲੱਗ ਜਾਂਦੀ ਨਾ ਵੀ ਸਭ ਤੋਂ ਸ੍ਰੇਸ਼ਟ ਹੈ ਬਾਣੀ, ਸਰਬ ਉੱਤਮ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਦੀ ਬਾਣੀ ਸਭ ਤੋਂ ਉੱਤਮ ਹੈ। ਕਿਉਂ? ਇੱਕ ਬਾਣੀ ਹੀ ਹੈ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ। ਇੱਕ ਬਾਣੀ ਹੀ ਹੈ ਜਿਹੜੀ ਸਾਨੂੰ ਇਹ ਕਹਿੰਦੀ ਹੈ ਵੀ ਨਿੰਦਾ ਭਲੀ ਕਿਸੇ ਕੀ ਨਾ ਹੀ, ਹੋਰ ਨਹੀਂ ਕੋਈ ਕਹਿੰਦਾ। ਬਾਣੀ ਇਹ ਗੱਲ ਕਹਿੰਦੀ ਹੈ। ਬਾਣੀ ਹੀ ਹੈ ਜਿਹੜੀ ਕਹਿੰਦੀ ਭਾਈ ਸਭਨਾ ਕਾ ਮਾਂ ਪਿਓ ਆਪ ਹੈ। ਬਾਣੀ ਕਹਿੰਦੀ ਸਾਰਿਆਂ ਦਾ ਮਾਂ ਬਾਪ ਤਾਂ ਆਪ ਹੈ, ਉਹਨੇ ਸਾਰੇ ਪੈਦਾ ਕੀਤੇ ਹੋਏ ਨੇ। ਸੋ ਜਿਸ ਦੂਸਰਾ ਬਚਨ ਆਉਂਦਾ ਵੀ ਰਾਮਦਾਸ ਸਰੋਵਰ ਨਹਾਤੇ, ਸਾਧ ਸੰਗਤ ਨੂੰ ਵੀ ਸਰੋਵਰ ਕਿਹਾ ਹੋਇਆ। ਇਹ ਵੀ ਸਰੋਵਰ ਵੱਡਾ ਸਰੋਵਰ ਤਾਂ ਇਹੋ ਹੀ ਹੈ, ਸਾਧ ਸੰਗਤ ਹੀ। ਸੋ ਜਿੱਥੇ ਗੁਰੂ ਦੇ ਪਿਆਰੇ ਹੁੰਦੇ ਆ, ਰਾਮਦਾਸ ਰੱਬ ਦੇ ਦਾਸ, ਰੱਬ ਦੇ ਸੇਵਕ। ਜਿਹੜੇ ਰੱਬ ਦੇ ਸੇਵਕ ਹੁੰਦੇ ਨੇ ਉਹ ਜਦੋਂ ਬਾਣੀ ਪੜ੍ਹਦੇ ਆ ਉੱਥੇ ਅੰਮ੍ਰਿਤ ਸਰੋਵਰ ਹੁੰਦਾ ਹੈ, ਉੱਥੇ ਆਨੰਦ ਬਣਿਆ ਹੁੰਦਾ, ਆਨੰਦ। ਹੁਣ ਜਦੋਂ ਸਾਧ ਸੰਗਤ ਵਿੱਚ ਆਪਾਂ ਬੈਠ ਕੇ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਮਨ ਦਾ ਟਿਕਾ ਬਣਦਾ ਤਾਂ ਉਹ ਇਸ਼ਨਾਨ ਹੈ, ਉਹ ਇਸ਼ਨਾਨ ਹੁੰਦਾ ਹੈ। ਜਿਹੜੇ ਇਸ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਕਹਿੰਦੇ ਉਹਨਾਂ ਦੇ ਸਾਰੇ ਪਾਪ ਜਿਹੜੇ ਨੇ ਉਹ ਲੈ ਜਾਂਦੇ ਆ। ਪਾਪ ਤਾਂ ਆਪਣੇ ਕਮਾਤੇ, ਕਮਾਤੇ ਸ਼ਬਦ ਲਿਖਿਆ ਮਹਾਰਾਜ ਨੇ, ਆਪਣੇ ਕਮਾਏ ਹੋਏ ਪਾਪ ਨੇ, ਆਪਣੇ ਕੀਤੇ ਹੋਏ ਕਰਮ ਨੇ। ਰੱਬ ਕਿਸੇ ਦੇ ਕਰਮ ਤਾਂ ਨਹੀਂ ਸਾਨੂੰ ਦਿੰਦਾ। ਮੇਰੇ ਕਰਮ ਜਿਹੜੇ ਨੇ ਰੱਬ ਨੇ ਮੈਨੂੰ ਭੁਗਤਾਉਣੇ ਆ, ਦੂਸਰੇ ਦੇ ਕਰਮ ਨੇ ਉਹਨੇ ਭੁਗਤਾਉਣੇ। ਇਹੀ ਉਹਦੇ 'ਚ ਖਾਸੀਅਤ ਹੈ। ਪੂਰਾ ਨਿਆਂ ਕਰੇ ਕਰਤਾਰ। ਸੋ ਜਿਵੇਂ ਇਹ ਕਰਮ ਕਮਾਵਤੇ ਤੇਵੇ ਇਹ ਫਲਤੇ। ਜਿੱਦਾਂ ਦਾ ਕਰਮ ਕੀਤਾ ਭਾਈ ਉੱਦਾਂ ਦਾ ਹੀ ਫਲ ਭੋਗਣਾ ਪਵੇਗਾ। ਸਾਡੇ ਆਪਣੇ ਕਮਾਏ ਹੋਏ ਪਾਪ ਜਿਹੜੇ ਫਿਰ ਸਾਨੂੰ ਦੁੱਖ ਦਿੰਦੇ ਆ, ਦੁਖੀ ਹੁੰਦਾ, ਅਤੇ ਇਹ ਲੈ ਜਾਂਦੇ ਨੇ। ਜਦੋਂ ਆਪਾਂ ਸਾਧ ਸੰਗਤ ਰੂਪ ਸਰੋਵਰ ਵਿੱਚ ਬੈਠਦੇ ਹਾਂ, ਧਿਆਨ ਲਾਉਂਦੇ ਹਾਂ ਬਾਣੀ ਦੇ ਵਿੱਚ। ਜੇ ਕਿਤੇ ਜਾਣ ਦਾ ਮੌਕਾ ਵੇਲੇ ਹਰਿਮੰਦਰ ਸਾਹਿਬ, ਅਤੇ ਉਹ ਸਰੋਵਰ ਨੂੰ ਵੀ ਬਾਰਿਆ, ਸਰੋਵਰ ਨੂੰ ਬਾਰਿਆ 24 ਘੰਟੇ ਬਾਣੀ ਦਾ ਉੱਥੇ ਜਾਪ ਹੁੰਦਾ। 24 ਘੰਟੇ ਉਸ ਜਲ 'ਚ ਬੜੀ ਸ਼ਕਤੀ ਹੈ, ਬੜੀ ਤਾਕਤ ਹੈ ਉਸ ਜਲ ਦੇ ਵਿੱਚ। ਅਤੇ ਮਹਾਰਾਜ ਨੇ ਮੱਤ ਫੇਰ ਦਿੱਤੀ, ਕਹਿੰਦੇ ਇਹਦਾ ਪਾਪ ਕਰ ਕਰਕੇ ਲਾਈ ਜਾਣਗੇ। ਮੱਤ ਐਸੀ ਫਿਰ ਗਈ ਸਾਰਿਆਂ ਦੀ। ਕਹਿੰਦੇ ਨਹੀਂ, ਇਹ ਸਰੋਵਰ ਦੀ ਨਹੀਂ ਗੱਲ ਕੀਤੀ, ਇਹਦਾ ਪਾਣੀ ਹੈ। ਮੱਤ ਫੇਰਤੀ ਉਹਨਾਂ ਦੀ। ਭਾਈ ਉਹ ਜਲ ਹੈ, ਅੰਮ੍ਰਿਤ ਹੈ, ਅੰਮ੍ਰਿਤ ਹੈ। ਉਹ ਮੱਤ ਹੀ ਫਿਰ ਗਈ। ਗਿਆਨੀ ਇੱਦਾਂ ਦੇ ਪੈਦਾ ਕਰ ਦਿੱਤੇ, ਕਹਿਣ ਲੱਗ ਪਾਓ ਵੀ ਨਹੀਂ ਇਹ ਤਾਂ ਪਾਣੀ ਸਧਾਰਨ ਪਾਣੀ, ਪਾਣੀ 'ਚ ਨਹਾਉਣ ਦਾ ਵੀ ਪਾਪ ਲੈਂਦੇ ਹੁੰਦੇ ਕਿਤੇ। ਤੀਰਥਾਂ ਦੀ ਤਾਂ ਮਹਾਰਾਜ ਨੇ ਨਿੰਦਿਆ ਕੀਤੀ ਹੋਈ ਹੈ। ਸੱਚੇ ਪਾਤਸ਼ਾਹ ਜੀ ਨੇ ਤੀਰਥਾਂ ਨੂੰ ਵੀ ਮਾੜਾ ਨਹੀਂ ਕਿਹਾ। ਤੀਰਥਾਂ 'ਤੇ ਜਾ ਕੇ ਮਾੜੇ ਕਰਮ ਕਰਨੇ ਉਹਨਾਂ ਨੂੰ ਮਾੜਾ ਆਖਿਆ। ਜੇ ਤੀਰਥ ਮਾੜੇ ਹੁੰਦੇ,
ਜੇ ਤੀਰਥਾਂ ਨੂੰ ਮਾੜਾ ਕਿਹਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਬੀਰ ਸਾਹਿਬ ਜੀ ਦੇ ਵਚਨ ਆਉਂਦੇ ਨੇ, ਕਹਿੰਦੇ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਹੁਣ ਮਨ ਪਵਿੱਤਰ ਹੋਇਆ ਨਾਮ ਜਪ ਕੇ, ਤੇ ਮਿਸਾਲ ਕਿਹਦੇ ਨਾਲ ਦਿੱਤੀ? ਗੰਗਾ ਦੇ ਪਾਣੀ ਦੇ ਨਾਲ। ਇਹਨੂੰ ਗੰਗਾ ਪਵਿੱਤਰ ਜੈਸੇ ਗੰਗਾ ਨੀਰ, ਉਹਨੇ ਗੰਗਾ ਦੇ ਨੀਰ ਦੇ ਨਾਲ ਪਵਿੱਤਰ ਹੋਏ ਮਨ ਦੀ ਮਿਸਾਲ ਦਿੱਤੀ ਹੈ। ਤੀਰਥਾਂ ਨੂੰ ਮਾੜਾ ਨਹੀਂ ਕਿਹਾ ਹੋਇਆ। ਜੇ ਤੀਰਥਾਂ 'ਤੇ ਜਾ ਕੇ ਮਾੜੇ ਕਰਮ ਕਰਾਂਗੇ ਫਿਰ ਉਹਨੂੰ ਫਿਰ ਮਾੜਾ ਕਿਹਾ ਹੈ ਸੱਚੇ ਪਾਤਸ਼ਾਹ ਨੇ। ਹੁਣ ਗੁਰਸਥਾਨ ਸਾਡਾ ਤੀਰਥ ਹੈ। ਮਹਾਰਾਜ ਕਹਿੰਦੇ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਸਾਧ ਸੰਗਤ ਤੀਰਥ ਹੈ। ਗੁਰਦੁਆਰੇ ਤੀਰਥ ਨੇ, ਜਿੱਥੇ ਗੁਰੂ ਦੇ ਚਰਨ ਪਏ ਤੀਰਥ ਹੈ। ਹੁਣ ਆਪਣੇ ਹੱਥੀਂ ਗੁਰੂ ਸਾਹਿਬ ਜੀ ਨੇ ਸਰੋਵਰ ਬਣਾਏ, ਮਹਾਰਾਜ ਨੇ। ਗੁਰੂ ਰਾਮਦਾਸ ਜੀ ਨੇ ਸੰਤੋਖ ਸਰ ਆਪਣੇ ਹੱਥੀਂ ਸ਼ੁਰੂ ਕਰਾਇਆ। ਫਿਰ ਰਾਮਦਾਸ ਸਰੋਵਰ ਹਰਿਮੰਦਰ ਸਾਹਿਬ ਵਾਲਾ ਆਪਣੇ ਹੱਥੀਂ ਸ਼ੁਰੂ ਕਰਾਇਆ। ਵਿਵੇਕ ਸਰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੁਰੂ ਕਰਾਇਆ। ਕੌਲ ਸਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਰੂ ਕੀਤਾ ਹੋਇਆ। ਸੰਤੋਖ ਸਰ ਗੁਰੂ ਅਰਜਨ ਦੇਵ ਜੀ ਦਾ ਬਣਾਇਆ ਹੋਇਆ। ਸੋ ਇਹ ਸਰੋਵਰ ਜਿਹੜੇ ਗੁਰੂਆਂ ਨੇ ਆਪ ਬਣਾਏ ਹੋਏ ਨੇ, ਤੇ ਇਹਨਾਂ ਨੂੰ ਅਸੀਂ ਕਿਵੇਂ ਮਾੜਾ ਕਹਿ ਦੇਵਾਂਗੇ? ਬੌਲੀ ਸਾਹਿਬ ਗੁਰੂ ਅਮਰਦਾਸ ਜੀ ਦਾ ਬਣਾਇਆ ਹੋਇਆ, ਕਹਿੰਦੇ ਗੰਗਾ ਪਾਣੀ ਪਾਉਂਦੀ ਇਹਦੇ ਵਿੱਚ, ਅਸੀਂ ਕਿੱਦਾਂ ਕਹਿ ਦੇਵਾਂਗੇ ਮਾੜਾ? ਕਹਿੰਦੇ ਉਹ ਮਹਾਰਾਜ ਨੇ ਮੱਤ ਫੇਰ ਦਿੱਤੀ ਇਹਨਾਂ ਦੀ। ਇਸ ਕਰਕੇ ਫਟਾਫਟ ਜਾਂਦੇ ਆ ਹਰਿਮੰਦਰ ਸਾਹਿਬ ਮੱਥਾ ਟੇਕਦੇ। ਜਦੋਂ ਆਮ ਮੱਥਾ ਟੇਕਿਆ ਤੇ ਉਹ ਜਿਹੜਾ ਸਰੋਵਰ ਆ ਉਹ 'ਚ ਨਹੀਂ ਇਸ਼ਨਾਨ ਕਰਦੇ। ਮੱਤੇ ਮੋੜ ਦਿੱਤੀ। ਬਥੇਰੇ ਪਾਪ ਕੀਤੇ ਹੋਏ ਨੇ, ਤਾਂ ਪਾਪ ਬਥੇਰੇ ਕਹਿੰਦੇ ਨਹਾਉਂਦਿਆਂ ਸਾਰੇ ਲੈ ਜਾਣੇ। ਇੰਨਾ ਸਸਤਾ ਸੌਦਾ, ਇੰਨਾ ਸਸਤਾ ਸੌਦਾ ਕਿੱਥੋਂ ਮਿਲਣਾ? ਜਦੋਂ ਇਸ਼ਨਾਨ ਕੀਤਾ ਨਾਲੇ ਪਾਪ ਲੈ ਗਏ। ਕੋਈ ਕਰਮ ਹੀ ਨਹੀਂ ਕਰਨਾ ਪਿਆ, ਕੋਈ ਕਰਮ ਨਹੀਂ ਕਰਨਾ ਪਿਆ। ਸੋ ਜਾ ਕੇ ਇਸ਼ਨਾਨ ਕੀਤਾ, ਪਾਪ ਲੈ ਗਏ। ਫੇਰ ਕਰਨ ਲੱਗ ਪੈਂਦੇ ਨੇ ਮਾੜੇ ਕਰਮ। ਮਾਤੇ ਹੀ ਫੇਰ ਦੋ ਇਹਨਾਂ ਦੀ। ਮਾਤੇ ਕੋਈ ਨਾ, ਇਹ ਪਾਣੀ ਹੈ, ਇਹ 'ਚ ਨਹਾਉਣਾ ਥੋੜ੍ਹੀ ਪਾਪ ਲੈਂਦੇ ਆ। ਹਟ ਗਏ ਨਹਾਉਣੋਂ, ਹਟ ਗਏ ਨਹਾਉਣ। ਜਾ ਮੱਥਾ ਟੇਕਿਆ, ਮੱਥਾ ਟੇਕ ਕੇ ਤਾਂ ਆ ਗਏ। ਭਾਈ ਸਾਧ ਸੰਗਤ ਇੱਕ ਸਰੋਵਰ ਹੈ, ਇਹ 'ਚ ਕਿੱਦਾਂ ਇਸ਼ਨਾਨ ਹੁੰਦਾ? ਹੁਣ ਸਾਧ ਸੰਗਤ ਸਰੋਵਰ 'ਚ ਇਸ਼ਨਾਨ ਕਿਵੇਂ ਹੋਵੇਗਾ? ਜਦੋਂ ਬਾਣੀ ਪੜ੍ਹ ਹੁੰਦੀ ਨਾ, ਚਾਹੇ ਕੀਰਤਨ ਹੈ ਚਾਹੇ ਕਥਾ, 'ਚ ਮਨ ਲਾ ਲਓ। ਘਰ ਦੇ ਸਾਰੇ ਖਿਆਲ ਛੱਡ ਦਿਓ, ਬਾਹਰ ਹੀ ਛੱਡ ਦਿਓ। ਕਬੀਰ ਸਾਹਿਬ ਕਹਿੰਦੇ ਸਾਧੂ ਕੋ ਮਿਲਣੇ ਚਾਹੀਏ ਸਾਥ ਨਾ ਲੀਜੇ ਕੋਈ। ਹੁਣ ਗੁਰੂ ਸਭ ਤੋਂ ਵੱਡਾ ਸਾਧੂ ਹੈ। ਜਦੋਂ ਗੁਰੂ ਨੂੰ ਮਿਲਣਾ ਉਹਨੇ ਨਾ, ਤਾਂ ਸਾਰੇ ਵਿਚਾਰ ਘਰਾਂ ਦੇ ਨਾਲ ਹੀ ਲੈ ਕੇ ਆ ਜਾਂਦੇ। ਉਹ ਬਾਹਰ ਛੱਡ ਦਿਓ, ਬਾਹਰ ਛੱਡੋ, ਨਾਲ ਹੀ ਨਹੀਂ ਲੈਣੇ। ਫਿਰ ਦੇਖੋ ਸਰੋਵਰ 'ਚ ਇਸ਼ਨਾਨ ਹੁੰਦਾ, ਫਿਰ ਸਰੋਵਰ 'ਚ ਇਸ਼ਨਾਨ ਹੁੰਦਾ। ਸਾਰੇ ਵਿਚਾਰ ਜਦੋਂ ਲਾ ਕੇ ਜਦੋਂ ਬਹਿੰਦੇ ਆ ਨਾ, ਫਿਰ ਤਨ ਮਨ ਪਵਿੱਤਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਸਰੋਵਰ ਹੈ, ਇਸ਼ਨਾਨ ਕਰਨ ਦੇ ਨਾਲ ਸਾਰੇ ਪਾਪ ਲੈ ਜਾਂਦੇ ਨੇ। ਇਹ ਦੋਨਾਂ ਸਰੋਵਰਾਂ ਦੀ ਗੱਲ ਕੀਤੀ ਹੋਈ ਹੈ। ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੈ ਕੀਨੇ ਦਾਨਾ। ਇਹ ਗੁਰੂ ਵੱਲੋਂ ਦਿੱਤਾ ਹੋਇਆ ਬਹੁਤ ਵੱਡਾ ਦਾਨ ਹੈ। ਸੰਗਤ ਵਿੱਚ ਬੈਠੇ, ਧਿਆਨ ਦੇ ਨਾਲ ਬਾਣੀ ਪੜ੍ਹੀ ਸੁਣੀ, ਇਸ਼ਨਾਨ ਹੋ ਗਿਆ। ਇਹ ਦਾਨ ਨਹੀਂ ਹੈ, ਤੇ ਹੋਰ ਕੀ ਹੈ? ਕੰਮ ਕਿਹੜਾ ਕੀਤਾ? ਅਸੀਂ ਕੰਮ ਤਾਂ ਕੀਤਾ ਹੀ ਨਹੀਂ ਤਾਂ ਅੱਜ ਜਦੋਂ ਪੰਡਿਤ ਲੋਕ ਦੱਸਦੇ ਨਾ, ਕਹਿੰਦੇ ਵੀ ਆਹ ਸੋ ਇੰਨੇ ਪਾਪ ਨੇ, ਬੜੇ ਤੇਰੇ ਮਾੜੇ ਕਰਮ ਨੇ, ਆਹ ਪੁੰਨ ਕਰਨਾ ਪੈਣਾ। ਉਹ ਪਤਾ ਨਹੀਂ ਕਿੰਨਾ ਕਿੱਡੀਆਂ ਲਿਸਟਾਂ ਬਣਾਉਂਦੇ ਨੇ, ਤੇ ਉਹਨਾਂ ਨੂੰ ਪੁੱਛ ਕੇ ਦੇਖੋ ਪੁੰਨ ਕਿੱਦਾਂ ਬਣਦੇ ਨੇ। ਤੇ ਇੱਥੇ ਦਾ ਪੁੰਨ ਜਦੋਂ ਹੀ ਮਿਲ ਜਾਂਦੇ ਸਾਨੂੰ, ਬੈਠੇ ਹੀ ਹੈ, ਬੈਠ ਕੇ ਬਾਣੀ ਪੜ੍ਹੀ ਸੁਣੀ, ਪੁੰਨ ਬਣ ਗਿਆ ਜੀ। ਉਹਦੇ ਨਾਲ ਸਾਰੇ ਪਾਪ ਲੱਗ ਗਏ। ਕਹਿੰਦੇ ਨਿਰਮਲ ਹੋ ਗਿਆ। ਇਹ ਪੂਰੇ ਗੁਰੂ ਨੇ ਸਾਨੂੰ ਦਾਨ ਵਿੱਚ ਦੇ ਦਿੱਤੀ ਹੈ ਵਸਤੂ। ਬਾਣੀ ਸਾਨੂੰ ਦਾਨ 'ਚ ਦੇ ਦਿੱਤੀ, ਸਾਧ ਸੰਗਤ ਦਾਨ ਵਿੱਚ ਦੇ ਦਿੱਤੀ, ਸੇਵਾ ਸਾਨੂੰ ਦਾਨ ਵਿੱਚ ਦੇ ਦਿੱਤੀ ਹੈ। ਤੇ ਪਹਿਲੇ ਯੁੱਗਾਂ 'ਚ ਸੀਗਾ? ਪਹਿਲੇ ਯੁੱਗਾਂ 'ਚ ਆਹ ਬਾਣੀ ਪਹਿਲੇ ਯੁੱਗਾਂ 'ਚ ਤਾਂ ਆਈ ਨਹੀਂ ਵੀ। ਪਹਿਲੇ ਯੁੱਗਾਂ 'ਚ ਇਹ ਬਾਣੀ ਨਹੀਂ ਸੀ। ਸੋ ਇੰਨੀ ਸਰਲ, ਇੰਨੀ ਸਿੰਪਲ ਭਾਸ਼ਾ, ਸਧਾਰਨ ਭਾਸ਼ਾ ਦੇ ਵਿੱਚ, ਔਰ ਹਰੇਕ ਨੂੰ ਸਮਝ ਲੱਗਦੀ। ਵੇਦਾਂ ਨੂੰ ਪੜ੍ਹੋ, ਪਹਿਲਾਂ ਸੰਸਕ੍ਰਿਤ ਸਿੱਖੋ, ਘੱਟੋ ਘੱਟ ਅੱਧੀ ਉਮਰ ਤਾਂ ਨਿਕਲ ਜਾਂਦੀ ਸੰਸਕ੍ਰਿਤ ਸਿੱਖਣ ਦੇ ਵਿੱਚ। ਫਿਰ ਉਹਦੇ ਵਿੱਚੋਂ ਉਹਦੇ 'ਚ ਰਲਾ ਬਹੁਤ ਕੀਤਾ ਹੋਇਆ ਵੇਦਾਂ ਦੇ ਵਿੱਚ। ਵੇਦਾਂ 'ਚ ਰਲਾ ਹੋ ਚੁੱਕਾ ਆ। ਫਿਰ ਵੇਦ ਬ੍ਰਹਮਾ ਨੇ ਉਚਾਰਨ ਕੀਤੇ, ਬ੍ਰਹਮਾ ਨੇ ਲਿਖੇ ਨਹੀਂ। ਬ੍ਰਹਮਾ ਨੇ ਤਾਂ ਲਿਖੇ ਨੇ, ਤੇ ਲਿਖੇ ਤਾਂ ਰਿਸ਼ੀਆਂ ਮੁਨੀਆਂ ਨੇ। ਬਹੁਤ ਰਲਾ ਹੋ ਚੁੱਕਾ ਹੈ। ਗੁਰੂਆਂ ਨੇ ਹੀ ਉਚਾਰਨ ਕੀਤੇ, ਤੇ ਗੁਰੂਆਂ ਨੇ ਲਿਖੀ ਹੋਈ ਹੈ। ਕੋਈ ਰਲਾ ਨਹੀਂ ਇਹਦੇ ਵਿੱਚ, ਕੋਈ ਰਲਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਣੀ ਪੜ੍ਹੋ, ਸੁਣੋ। ਕਹਿੰਦੇ ਇਸ਼ਨਾਨ ਹੋ ਜਾਣਾ, ਪਾਪ ਲੈ ਜਾਣੇ। ਪੂਰੇ ਗੁਰੂ ਨੇ ਬਹੁਤ ਵੱਡਾ ਸਾਨੂੰ ਇਹ ਦਾਨ ਦਿੱਤਾ ਹੋਇਆ, ਬਹੁਤ ਵੱਡਾ ਦਾਨ ਹੈ। ਕਹਿੰਦੇ ਸਭ ਕੁਸ਼ਲ ਖੇਮ ਪ੍ਰਭ ਧਾਰੇ। ਹੁਣ ਜਿਹੜਾ ਆਪਾਂ ਚਾਹੁੰਦੇ ਤਾਂ ਸਾਰੇ ਹੀ ਆ ਵੀ ਪਰਿਵਾਰ ਸੁਖੀ ਵਸਣ,
ਪੁੱਛਦੇ ਹੀ ਆ ਆਪਾਂ ਕਿੱਦਾਂ ਵੀ ਪਰਿਵਾਰ ਸੁੱਖ ਸਾਂਦ ਆ, ਆਪਾਂ ਤਾਂ ਪੁੱਛ ਹੀ ਸਕਦੇ ਹਾਂ। ਕਿਸੇ ਦੇ ਪਰਿਵਾਰ ਨੂੰ ਸੌਖਾ ਥੋੜ੍ਹੀ ਕਰ ਸਕਦੇ ਹਾਂ। ਰਾਜੀ ਖੁਸ਼ੀ ਪੁੱਛ ਲਿਆ ਆਪਾਂ, ਹਾਂ ਵੀ ਸੁੱਖ ਸਾਂਦ ਆ, ਰਾਜੀ ਖੁਸ਼ੀ ਆ, ਆਪ ਪੁੱਛਦੇ ਸਾਰਿਆਂ ਨੂੰ। ਪਰ ਕਿਸੇ ਦੇ ਪਰਿਵਾਰ ਨੂੰ ਆਪਾਂ ਰਾਜੀ ਖੁਸ਼ੀ ਨਹੀਂ ਕਰ ਸਕਦੇ, ਕਿਸੇ ਦੀ ਸਮੱਸਿਆ ਆਪਾਂ ਦੂਰ ਨਹੀਂ ਜੀ ਕਰ ਸਕਦੇ, ਅਸੀਂ ਨਹੀਂ ਕਰ ਸਕਦੇ। ਪਰ ਮਹਾਰਾਜ ਕਹਿੰਦੇ ਸਭ ਕੁਸ਼ਲ ਖੇਮ ਪ੍ਰਭ ਧਾਰੇ। ਸੱਚੇ ਪਾਤਸ਼ਾਹ ਮਹਾਰਾਜ ਸੁੱਖ ਆਨੰਦ ਦਿੰਦੇ ਹੈ, ਟਿਕਾਉਂਦੇ ਹੈ ਸਾਡੇ ਅੰਦਰ, ਸਾਡੇ ਪਰਿਵਾਰਾਂ ਦੇ ਵਿੱਚ। ਕਿੱਦਾਂ ਟਿਕਾਉਂਦੇ ਹੈ? ਜੇ ਭਾਈ ਆਪਾਂ ਬਾਣੀ ਨਾਲ ਜੁੜਦੇ ਹਾਂ। ਬਸ ਤੁਸੀਂ ਬਾਣੀ ਨਾਲ ਜੁੜ ਜਾਓ, ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੁੱਖ ਆ, ਆਨੰਦ ਹੈ, ਤੁਹਾਡੇ ਘਰਾਂ 'ਚ ਟਿਕਾ ਦੇਣਾ। ਜਿਹੜੀ ਚੀਜ਼ ਟਿਕ ਜਵੇ ਕਿੱਥੇ ਜਾਣੀ, ਫੇਰ ਨਹੀਂ ਜਾਂਦੀ, ਫਿਰ ਉੱਥੇ ਸੁੱਖ ਆਨੰਦ ਉੱਥੇ ਟਿਕ ਜਾਂਦਾ ਹੈ। ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ, ਉਸ ਵੇਲੇ ਇਹ ਨਹੀਂ ਕੰਜੂਸੀ ਹੈ, ਨਹੀਂ ਉੱਥੇ ਵੀ ਕੰਜੂਸੀ ਨਹੀਂ ਵੀ ਆਹ ਇੰਨੀ ਚੀਜ਼ ਹੀ ਮਿਲਣੀ ਹੈ, ਇਹਨੂੰ ਹੀ ਮਿਲਣੀ ਹੈ, ਜਿਹਨੇ ਆਹ ਹੁਣ ਪੁੰਨ ਕਰਨਾ ਇਹਨੂੰ ਹੀ ਉਹਦਾ ਫਲ ਮਿਲਣਾ, ਦੂਜੇ ਨੂੰ ਨਹੀਂ। ਗੁਰੂ ਦੀ ਬਾਣੀ ਦੀ ਜਦੋਂ ਵਿਚਾਰ ਕੀਤੀ ਜਾਂਦੀ ਆ, ਥੋਕ ਦੇ ਵਿੱਚ ਭਲਾ ਹੁੰਦਾ, ਥੋਕ ਦੇ ਵਿੱਚ। ਜਿਹਨੇ ਪੜ੍ਹਨੇ ਵਾਲੇ ਦਾ ਵੀ ਭਲਾ, ਸੁਣਨੇ ਵਾਲੇ ਦਾ ਵੀ ਭਲਾ। ਸੋ ਜਿਹੜਾ ਵੀ ਆਣ ਕੇ ਬਹਿ ਗਿਆ, ਸੁਣ ਗਿਆ, ਉਹ ਸਾਰਿਆਂ ਦਾ ਭਲਾ ਹੋ ਜਾਂਦਾ। ਥੋਕ ਦੇ ਥੋਕ ਬਾਰੇ ਕੀ, ਥੋਕ ਦਾ ਅਰਥ ਹੁੰਦਾ ਬਹੁਤਾਤ। ਫਿਰ ਸੋ ਇਹ ਨਹੀਂ ਵੀ ਇੱਦਾਂ ਥੋੜ੍ਹੀ ਆ ਵੀ ਆਹ ਕਰਮ ਜਿਹੜਾ ਕੀਤਾ ਹੀ ਉਹ ਕੱਟ ਹੋਣਾ, ਦੂਜਾ ਤਾਂ ਕੱਟੇ ਨਹੀਂ ਹੋਣਾ। ਮਹਾਰਾਜ ਕਹਿੰਦੇ ਥੋਕ ਬਾਰੇ, ਥੋਕ ਦੇ ਵਿੱਚ ਸਾਰੇ ਮਾੜੇ ਕਰਮ ਕੱਟੇ ਜਾਂਦੇ ਨੇ, ਬਹੁਤਾਤ ਦੇ ਵਿੱਚ ਕੱਟੇ ਜਾਂਦੇ ਆ। ਬਚੇਗਾ ਤਾਂ ਤਦੇ ਹੀ ਹੈ ਨਾ, ਨਹੀਂ ਤਾਂ ਇੱਕ ਕਰਮ ਕੱਟ ਹੋਇਆ, ਦੂਜਾ ਨਹੀਂ ਕੱਟ ਹੋਇਆ ਤਾਂ ਵੀ ਵਿੱਚ ਹੀ ਰਹਿ ਗਿਆ। ਹੁਣ ਜਿਹੜੇ ਬੰਦੇ ਜੇਲ੍ਹਾਂ 'ਚ ਨੇ, ਸੋ 5-5 10-10 ਕੇਸ ਪਏ ਨੇ, ਇੱਕ 'ਚੋਂ ਬਰੀ ਹੋ ਗਿਆ ਤੇ ਦੂਜੇ ਤੋਂ ਤਾਂ ਬਰੀ ਨਹੀਂ ਹੋਇਆ, ਜੇਲ੍ਹ ਛੱਡੂ ਉਹਨੂੰ, ਨਹੀਂ ਛੱਡਦੀ ਜੇਲ੍ਹ। ਇਸੇ ਤਰ੍ਹਾਂ ਬੰਧਨ ਨੇ ਸਾਡੇ, ਮਾੜੇ ਕਰਮ ਨੇ ਜਿਹੜੇ। ਚਲੋ ਇਹ ਪੁੰਨ ਕਰ ਲਿਆ, ਇੱਕ ਪੁੰਨ ਦੇ ਨਾਲ ਇੱਕ ਪਾਪ ਕੱਟਿਆ ਗਿਆ, ਜਿਹੜੇ ਬਾਕੀ ਉਹਨੇ ਛੱਡਣਾ ਸਾਨੂੰ, ਕਿੱਥੇ ਛੱਡਣਾ। ਜਦੋਂ ਬਾਣੀ ਨਾ ਥੋਕ ਦੇ ਵਿੱਚ ਸਾਨੂੰ ਵਾਰਦੀ ਹੈ, ਸਾਰੇ ਮਾੜੇ ਕਰਮ ਪਰੇ ਮਾਰਦੀ ਹੈ ਤੇ ਸਾਡਾ ਬਚਾਅ ਕਰਦੀ ਹੈ। ਮਹਾਰਾਜ ਕਹਿੰਦੇ ਸਹੀ ਸਲਾਮਤ ਤਦੇ ਬੰਦਾ ਹੁੰਦਾ ਹੈ। ਸਹੀ ਸਲਾਮਤ ਪੂਰਾ ਸਰੀਰ ਜਿਹੜਾ ਆ ਇਹਦਾ ਸਹੀ ਸਲਾਮਤ ਹੋਵੇ, ਹੈ ਨਾ। ਜੇ ਮਾੜਾ ਜਿਹਾ ਦੰਦ ਵੀ ਦੁਖਦਾ ਤਾਂ ਸਹੀ ਸਲਾਮਤ ਕਿੱਥੋਂ ਹੈ? ਸਾਰਾ ਸਰੀਰ ਦੀ ਮੰਦੀ ਹਾਲਤ ਹੋ ਜੇ, ਸਿਰ ਦੁਖਦਾ ਕੱਖ ਨਹੀਂ ਚੰਗਾ ਲੱਗਦਾ। ਸਹੀ ਸਲਾਮਤ ਹੁੰਦਾ ਸੰਪੂਰਨ ਰੂਪ ਦੇ ਵਿੱਚ ਤੰਦਰੁਸਤੀ, ਫਿਰ ਸਹੀ ਸਲਾਮਤ ਹੈ। ਇੰਝ ਕਹ ਲਓ ਵੀ ਤਨ ਕਰਕੇ ਮਨ ਕਰਕੇ ਬੰਦਾ ਅਰੋਗ ਹੈ, ਚਿੰਤਾ ਵੀ ਕੋਈ ਨਾ ਹੋਵੇ, ਫਿਰ ਸਹੀ ਸਲਾਮਤ ਹੈ। ਆ ਬਾਣੀ ਦੇ ਨਾਲ ਇੰਝ ਸਹੀ ਸਲਾਮਤ ਹੋਈ। ਕਹਿੰਦੇ ਕੋਈ ਚਿੰਤਾ ਨਹੀਂ ਰਹਿੰਦੀ, ਪਾਤਸ਼ਾਹ ਕਹਿੰਦੇ ਨੇ। ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਨਾਲ ਰਹਾਓ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਸਾਧ ਸੰਗਤ ਦਾ ਫਾਇਦਾ ਬੜਾ, ਇਹ 'ਚ ਜਦੋਂ ਸੇਵਾ ਕਰਦੇ ਹਾਂ, ਬਾਣੀ ਪੜ੍ਹਦੇ ਸੁਣਦੇ ਵਿਚਾਰਦੇ ਹਾਂ, ਮੈਲ ਲੈ ਜਾਂਦੀ ਹੈ। ਦੂਜਾ ਮਹਾਰਾਜ ਕੀ ਕਹਿੰਦੇ, ਹੋਰ ਬੜੀ ਵੱਡੀ ਗੱਲ ਹੈ, ਕਹਿੰਦੇ ਜਿਹੜੇ ਸਤ ਸੰਗੀ ਹੁੰਦੇ ਨਾ, ਸੋ ਉਹਨਾਂ ਦਾ ਰੱਬ ਸਾਥੀ ਬਣ ਜਾਂਦਾ, ਮਿੱਤਰ ਬਣ ਜਾਂਦਾ। ਸਤ ਸੰਗੀਆਂ ਦਾ ਮਤਲਬ ਮਦਦਗਾਰ ਬਣ ਜਾਂਦਾ। ਜਿੱਥੇ ਜਾਂਦਾ ਰੱਬ ਉਹਦੀ ਮਦਦ ਕਰਨ ਵਾਸਤੇ ਤਿਆਰ ਹੁੰਦਾ, ਕਿਉਂਕਿ ਸਾਥੀ ਜੀ ਹੋ ਗਿਆ, ਮਿੱਤਰ ਜੀ ਹੋ ਗਿਆ। ਨਾਨਕ ਨਾਮ ਤੇ ਆਇਆ, ਆਦ ਪੁਰਖ ਪ੍ਰਭ ਪਾਇਆ। ਨਾਨਕ ਭਾਵ ਸਤਿਗੁਰੂ ਜੀ ਕਹਿ ਰਹੇ ਨੇ, ਧੰਨ ਗੁਰੂ ਅਰਜਨ ਦੇਵ ਜੀ, ਵੀ ਜਿਹੜੇ ਨਾਮ ਨੂੰ ਧਿਆਉਣੇ ਵਾਲੇ ਨਾ, ਨਾਮ ਨੂੰ ਜਪਣੇ ਵਾਲੇ, ਉਹ ਫਿਰ ਰੱਬ ਨੂੰ ਪਾ ਲੈਂਦੇ ਨੇ। ਪਾਰ ਬ੍ਰਹਮ ਪਰਮੇਸ਼ਰ ਰੱਬ, ਜਿਸ ਦਾ ਕੋਈ ਆਕਾਰ ਨਹੀਂ, ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਚੱਕਰ ਚਿਹਨ ਜਾਤ ਪਾਤ ਕੁਝ ਨਹੀਂ ਹੈ, ਉਸ ਪਰਮਾਤਮਾ ਨੂੰ ਪਾ ਲੈਂਦੇ ਨੇ ਨਾਮ ਜਪਣੇ ਵਾਲੇ। ਫਿਰ ਨਾਮ ਜਪ ਕੇ ਉਹਨੂੰ ਪਾਉਣਾ, ਬਸ ਆਹ ਹੀ ਸੌਖਾ ਤਰੀਕਾ। ਮਹਾਰਾਜ ਨੇ ਬੜੀ ਮਿਹਰ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ।
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਮਾਨ ਕੀਤਾ ਗੁਰ ਵਿਟੋ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਾਉ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਵਾਹਿਗੁਰੂ। ਗੁਰਦੁਆਰਿਆਂ ਦੀ ਸੇਵਾ ਵੀ ਕਰਵਾਈਆਂ, ਮਾਰਿਆ ਸਿੱਖੀ ਸਦਕੀ ਸਤਿ ਤੇਰਾ ਸਮੂਸ਼ੀ ਦਾ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਵਰਤਮਾਨ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਤੇ ਆਵਨ ਕੋ ਸਦਕਾ ਸਰਬ ਸੁਖ ਹੋਵੇ, ਜਾ ਜਾ ਖਾਲਸਾ ਜੀ ਸਹਾਇਤਾ ਤਾਂ ਰਛਿਆ ਆਏ ਜੀ ਤੇ ਫਤਿਹ ਜੀਤ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵੇਦ ਦਾਨ, ਸਾਧ ਦਾਨ, ਦਾਨਾ ਸਿਰ ਦਾਨ,
ਵਾਹਿਗੁਰੂ। ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਰਾ ਅਗਿਆ ਅਕਾਲ ਕੀ ਪੰਥ ਸਿੱਖਨ ਕੋ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਉਚਾਰੋ ਖੋਜ ਸ਼ਬਦ ਮੈਂ ਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋ ਹਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਚੜੇ ਸੁਤਰੇ ਪਾਰ ਗੁਰੂ ਪਾਰ ਉਤਾਰਨ ਹਾਰ ਕਲਗੀ ਸੋਏ ਸੀਸ ਸ਼ਿਕਲੀ ਤਰ ਜਗਦੀਸ਼ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਸੁਕਾਹੋ ਟਲ ਗੁਰ ਸੇਵੀਆ ਐਹਨਸ ਸਹਿਜ ਸੁਭਾਈ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰੀ ਅਰਸੋਂ ਕੁਰਸੋਂ ਚਟੀਆ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕਟੀਐ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੂਧੇ ਕਉ ਜਾਵਹੁ। ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁਧੈ ਕਉ ਜਾਵਹੁ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ। ਜਪ ਹੋਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਉ। ਇਹੋ ਮਨ ਈਟੀ ਹਾਥ ਕਰਹੁ ਫੁਨ ਨਿਤਰਾ ਨੀਂਦ ਨ ਆਵੈ। ਰਸਨਾ ਨਾਮ ਜਪਹੁ ਤਬ ਮਥੀਐ ਇਨ ਵਿਦ ਅੰਮ੍ਰਿਤ ਪਾਵਹੁ। ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਦ ਸਾਹਿਬ ਰਵਤ ਰਹੈ। ਕਹਿੰਦੇ ਕਹੇ ਕਹਿ ਜਾਵੈ ਤੁਮ ਸਾਰੇ ਅਵਰ ਨ ਕੋਈ। ਭਗਤਹੀਣ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ। ਕਹਿੰਦੇ ਕਹਿ ਜਾਵੈ ਤੁਮ ਸਾਰੇ ਅਵਰ ਨ ਕੋਈ। ਭਗਤਹੀਣ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ
ਸਤਿਨਾਮ ਸਤਿਨਾਮ ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।